ਤੇ ਇਸ ਵਿਚਾਲੇ ਇੱਕ ਵੱਡੀ ਖਬਰ ਆ ਰਹੀ ਹੈ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਹੋਈ। ਵੱਡੀ ਖਬਰ ਇਹ ਹੈ ਕਿ ਪੰਜਾਬ ਦੇ ਵਿੱਚ ਰਾਸ਼ਟਰਪਤੀ ਚੋਣਾਂ ਦੇ ਦੌਰਾਨ ਕ੍ਰਾਸ ਵੋਟਿੰਗ ਹੋਈ ਹੈ। ਕ੍ਰਾਸ ਵੋਟਿੰਗ ਦਾ ਮਤਲਬ ਹੈ ਕਿ ਪਾਰਟੀ ਦੇ ਕਹਿਣ ਦੇ ਬਾਵਜੂਦ ਦੂਜੇ ਉਮੀਦਵਾਰ ਨੂੰ ਵੋਟ ਪਾ ਦਿੱਤੀ ਗਈ। ਕਿਵੇਂ ਕ੍ਰਾਸ ਵੋਟਿੰਗ ਹੋਈ ਹੈ ਪੂਰਾ ਸਮਝਾਵਾਂਗੇ, ਪਰ ਵੱਡੀ ਖਬਰ ਤੁਹਾਨੂੰ ਦੱਸ ਦਿਆਂ, ਰਾਸ਼ਟਰਪਤੀ ਚੋਣਾਂ ਦੇ ਵਿੱਚ ਕ੍ਰਾਸ ਵੋਟਿੰਗ ਹੋਈ ਹੈ ਪੰਜਾਬ ਦੇ ਵਿੱਚ। ਦ੍ਰੋਪਦੀ ਮੁਰਮੂ ਨੂੰ ਪੰਜਾਬ ਤੋਂ ਕੁੱਲ 8 ਵੋਟਾਂ ਮਿਲੀਆਂ ਨੇ। 8 ਵੋਟਾਂ ਕਿਵੇਂ ਮਿਲੀਆਂ ਉਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ। ਦ੍ਰੋਪਦੀ ਮੁਰਮੂ ਦੇ ਖਾਤੇ ਦੇ ਵਿੱਚ 8 ਵੋਟਾਂ ਚਲੀਆਂ ਗਈਆਂ, ਜਦਕਿ ਵੋਟਾਂ ਜੋ ਸਮਰਥਨ ਹਾਸਲ ਸੀ ਉਸ ਦੇ ਹਿਸਾਬ ਨਾਲ ਸਿਰਫ 5 ਵੋਟਾਂ ਮਿਲਣੀਆਂ ਚਾਹੀਦੀਆਂ ਸੀ। 3 ਵੋਟਾਂ ਕ੍ਰਾਸ ਵੋਟਿੰਗ ਦੇ ਜ਼ਰੀਏ ਮਿਲੀਆਂ ਨੇ ਦ੍ਰੋਪਦੀ ਮੁਰਮੂ ਨੂੰ। ਕਿਉਂਕਿ ਪੰਜਾਬ ਦੇ ਵਿੱਚ ਅਕਾਲੀ ਦਲ ਨੇ ਸਮਰਥਨ ਦਾ ਐਲਾਨ ਕੀਤਾ ਸੀ ਤੇ ਇਸ ਦੇ ਨਾਲ ਬੀਜੇਪੀ ਦਾ ਸਮਰਥਨ ਸੀ ਹੀ। ਬੀਜੇਪੀ ਦੇ ਦਾ ਸਮਰਥਿਤ ਉਮੀਦਵਾਰ ਸੀ ਦ੍ਰੋਪਦੀ ਮੁਰਮੂ, ਜਿਨ੍ਹਾਂ ਨੇ ਜਿੱਤ ਵੀ ਹਾਸਲ ਕਰ ਲਈ। ਬੀਜੇਪੀ ਦੇ 2 ਵਿਧਾਇਕ ਨੇ ਮੌਜੂਦਾ ਸਮੇਂ ਦੇ ਵਿੱਚ, ਉਸ ਤੋਂ ਬਾਅਦ ਅਕਾਲੀ ਦਲ ਦੇ 3 ਵਿਧਾਇਕ ਨੇ, 3 ਤੇ 2 5 ਤੇ 1 ਬੀਐਸਪੀ ਦਾ ਜੋ ਅਕਾਲੀ ਦਲ ਸਮਰਥਿਤ ਹੈ। ਇਸ ਕਰਕੇ ਉਹਨਾਂ ਦਾ ਵੀ ਸਮਰਥਨ ਦ੍ਰੋਪਦੀ ਮੁਰਮੂ ਵਾਲੇ ਪਾਸੇ ਸੀ। ਯਾਨੀ ਟੋਟਲ 6 ਵੋਟਾਂ, ਇਹਨਾਂ ਦੇ ਵਿੱਚੋਂ 1 ਵੋਟ ਮਨਪ੍ਰੀਤ ਸਿੰਘ ਇਆਲੀ, ਉਹਨਾਂ ਨੇ ਆਪਣੇ ਵੋਟ ਹੱਕ ਦਾ ਇਸਤੇਮਾਲ ਰਾਸ਼ਟਰਪਤੀ ਚੋਣਾਂ ਦੇ ਵਿੱਚ ਨਹੀਂ ਕੀਤਾ। ਯਾਨੀ ਬਾਕੀ ਬਚ ਗਿਆ ਪਿੱਛੇ 5 ਵੋਟਾਂ। ਜੋ ਸਮਰਥਨ ਅਕਾਲੀ ਦਲ ਤੇ ਬੀਜੇਪੀ ਦਾ ਸੀ ਉਹ ਜੋੜ ਕੇ ਬਣਦੀਆਂ ਨੇ 5 ਵੋਟਾਂ। ਤਾਂ ਹੁਣ ਮਿਲੀਆਂ ਨੇ 8 ਵੋਟਾਂ। ਤਾਂ 8 ਵੋਟਾਂ ਦੇ ਵਿੱਚ 3 ਵੋਟਾਂ ਹੋਰ ਕੌਣ ਦ੍ਰੋਪਦੀ ਮੁਰਮੂ ਦੇ ਵੱਲ ਭੁਗਤ ਗਈਆਂ, ਕੌਣ ਦ੍ਰੋਪਦੀ ਮੁਰਮੂ ਦੇ ਹੱਕ ਦੇ ਵਿੱਚ ਵੋਟਾਂ ਪਾ ਗਿਆ। ਇਹ ਵੀ ਤੁਹਾਨੂੰ ਦੱਸ ਦਈਏ ਕਿ ਜੇ ਪੂਰਾ ਅੰਕੜਾ ਹੈ, ਕਿਉਂਕਿ ਪੰਜਾਬ ਦੇ ਵਿੱਚ 117 ਵਿਧਾਨ ਸਭਾ ਹਲਕੇ, 117 ਦੇ ਵਿੱਚੋਂ 92 ਸੀਟਾਂ ਆਮ ਆਦਮੀ ਪਾਰਟੀ ਦੇ ਕੋਲ, ਉਸ ਤੋਂ ਬਾਅਦ 18 ਸੀਟਾਂ ਕਾਂਗਰਸ ਦੇ ਕੋਲ, 3 ਸੀਟਾਂ ਅਕਾਲੀ ਦਲ ਦੇ ਕੋਲ, 1 ਸੀਟ ਬੀਐਸਪੀ ਦੇ ਕੋਲ ਹੈ, 2 ਸੀਟਾਂ ਬੀਜੇਪੀ ਦੇ ਕੋਲ ਨੇ 116 ਤੇ 117ਵੀਂ ਸੀਟ ਇੱਕ ਆਜ਼ਾਦ ਉਮੀਦਵਾਰ ਜੋ ਕਿ ਕਾਂਗਰਸ ਦੇ ਨਾਲ ਜੁੜੇ ਹੋਏ ਨੇ, ਉਹਨਾਂ ਦੇ ਪਿਤਾ। ਤਾਂ ਤੁਹਾਨੂੰ ਦੱਸ ਦਈਏ ਜੋ ਰਾਣਾ ਇੰਦਰ ਪ੍ਰਤਾਪ ਦਾ ਮੈਂ ਜ਼ਿਕਰ ਕਰ ਰਿਹਾ ਹਾਂ, ਆਜ਼ਾਦ ਉਮੀਦਵਾਰ, ਬਤੌਰ ਆਜ਼ਾਦ ਉਮੀਦਵਾਰ ਉਹਨਾਂ ਨੇ ਜਿੱਤ ਹਾਸਲ ਕੀਤੀ ਸੀ ਸੁਲਤਾਨਪੁਰ ਲੋਧੀ ਸੀਟ ਤੋਂ। ਤਾਂ 117 ਪੂਰੇ ਜਿਹੜੇ ਕੈਂਡੀਡੇਟਸ ਸੀਗੇ, 117 ਜਿਹੜੇ ਵੋਟਰ ਰਾਸ਼ਟਰਪਤੀ ਚੋਣਾਂ ਦੇ ਵਿੱਚ ਪੰਜਾਬ ਵਿਧਾਨ ਸਭਾ ਦੇ, ਤਾਂ ਉਹਨਾਂ ਦੇ ਵਿੱਚੋਂ 8 ਵੋਟਾਂ ਦ੍ਰੋਪਦੀ ਮੁਰਮੂ ਵਾਲੇ ਪਾਸੇ ਚਲੀਆਂ ਗਈਆਂ। ਵੈਸੇ ਜੇ ਸਮਰਥਨ ਦੇ ਲਿਹਾਜ਼ ਦੇ ਨਾਲ ਦੇਖਿਆ ਜਾਵੇ ਤਾਂ ਸਿਰਫ 5 ਵੋਟਾਂ ਪੈਣੀਆਂ ਚਾਹੀਦੀਆਂ ਸੀ, ਤਾਂ 5 ਵੋਟਾਂ ਨਹੀਂ ਬਲਕਿ ਵੋਟਾਂ ਪੈ ਗਈਆਂ 8। ਤਾਂ ਹੁਣ ਪੰਜਾਬ ਦੇ ਵਿੱਚ ਕਿਹੜੀ ਪਾਰਟੀ ਦੇ ਕਿਹੜੇ ਕੈਂਡੀਡੇਟ ਜਾਂ ਫਿਰ ਕਿਹੜੇ ਵਿਧਾਇਕ ਨੇ ਦੂਜੇ ਪਾਸੇ ਜਾ ਕੇ ਵੋਟ ਕਰ ਦਿੱਤੀ। ਤਾਂ ਇਹ ਤੁਹਾਨੂੰ ਦਿਖਾ ਰਿਹਾ ਰਾਸ਼ਟਰਪਤੀ ਚੋਣਾਂ ਦੇ ਵਿੱਚ ਕ੍ਰਾਸ ਵੋਟਿੰਗ ਹੋਈ ਹੈ, ਕਿਸ ਤਰੀਕੇ ਨਾਲ ਹੋਈ ਹੈ। 8 ਵੋਟਾਂ ਦ੍ਰੋਪਦੀ ਮੁਰਮੂ ਨੂੰ ਮਿਲੀਆਂ ਨੇ ਔਰ ਦੂਜੇ ਪਾਸੇ 101 ਵੋਟਾਂ ਮਿਲੀਆਂ ਨੇ ਜਿਹੜੇ ਯਸ਼ਵੰਤ ਸਿਨਹਾ ਸੀ, ਉਹਨਾਂ ਦੇ ਹੱਕ ਦੇ ਵਿੱਚ ਵੋਟਾਂ ਪੈ ਗਈਆਂ। ਹੁਣ ਮੈਂ ਪੂਰਾ ਅੰਕੜਾ ਵੀ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿ ਟੋਟਲ ਜਿਹੜੇ ਇਸ ਸਮੇਂ ਵੋਟਾਂ ਪਈਆਂ ਉਹਨਾਂ ਦੇ ਵਿੱਚੋਂ 114 ਵੋਟਾਂ ਪਈਆਂ, 3 ਗੈਰ ਹਾਜ਼ਰ ਰਹੇ, ਜਿਨ੍ਹਾਂ ਦੇ ਵਿੱਚ 2 ਕਾਂਗਰਸ ਤੇ 1 ਮਨਪ੍ਰੀਤ ਇਆਲੀ। ਯਾਨੀ ਕਿ 117 ਦੇ ਵਿੱਚੋਂ ਪਹਿਲਾ ਅੰਕੜਾ ਰਹਿ ਗਿਆ 114। ਉਸ ਤੋਂ ਬਾਅਦ 114 ਦੇ ਵਿੱਚੋਂ ਹੁਣ 5 ਦਾ ਸਮਰਥਨ ਸੀ ਮਨਪ੍ਰੀਤ ਇਆਲੀ ਨੂੰ। ਅਸੀਂ ਜੇ ਉਹਨਾਂ ਨੇ ਵੋਟ ਦਾ ਹੱਕ ਨਹੀਂ ਇਸਤੇਮਾਲ ਕੀਤਾ, ਉਹਨਾਂ ਨੂੰ ਸਾਈਡ ਰੱਖ ਦਈਏ, ਤਾਂ 114 ਦੇ ਵਿੱਚੋਂ ਜੇਕਰ ਅਸੀਂ 5 ਘਟਾਈਏ ਤਾਂ ਕਰੀਬ ਉਸ ਤੋਂ ਪਹਿਲਾਂ ਇਹ ਵੀ ਜਾਣਨਾ ਜ਼ਰੂਰੀ ਹੈ ਕਿ 114 ਦੇ ਵਿੱਚੋਂ 5 ਅਵੈਧ, ਯਾਨੀ ਕਿ 5 ਵੋਟਾਂ ਵੈਲਿਡ ਨਹੀਂ ਸੀ, ਉਹ ਅਵੈਧ ਕਰਾਰ ਦੇ ਦਿੱਤੀਆਂ ਗਈਆਂ। 114 ਦੇ ਵਿੱਚੋਂ ਅੰਕੜਾ ਘਟ ਕੇ ਆ ਗਿਆ 109 ਦੇ ਉੱਤੇ। ਤੇ ਹੁਣ ਜੇ ਅੰਕੜਾ ਧਿਆਨ ਦੇ ਨਾਲ ਦੇਖਿਆ ਜਾਵੇ ਤਾਂ 5 ਵੋਟਾਂ ਪੈਣੀਆਂ ਚਾਹੀਦੀਆਂ ਸੀ ਦ੍ਰੋਪਦੀ ਮੁਰਮੂ ਨੂੰ ਤੇ ਬਾਕੀ ਦੀਆਂ ਵੋਟਾਂ ਜਿਹੜੀਆਂ ਹੋਣੀਆਂ ਚਾਹੀਦੀਆਂ ਸੀ ਉਹ ਯਸ਼ਵੰਤ ਸਿਨਹਾ ਦੇ ਹੱਕ ਦੇ ਵਿੱਚ। ਪਰ ਇੱਥੇ ਯਸ਼ਵੰਤ ਸਿਨਹਾ ਨੂੰ 101 ਵੋਟਾਂ ਪਈਆਂ ਨੇ, ਜਦਕਿ 8 ਵੋਟਾਂ ਪੈ ਗਈਆਂ ਦ੍ਰੋਪਦੀ ਮੁਰਮੂ ਨੂੰ। ਤਾਂ ਪੰਜਾਬ ਦੇ ਵਿੱਚ ਕੀ ਕੋਈ ਆਮ ਆਦਮੀ ਪਾਰਟੀ ਦਾ ਵਿਧਾਇਕ ਹੈ ਜਿਹੜਾ ਦੂਜੇ ਪਾਸੇ ਜਾ ਕੇ ਵੋਟ ਕਰ ਗਿਆ, ਜਾਂ ਫਿਰ ਕਾਂਗਰਸ ਦਾ ਕੋਈ ਵਿਧਾਇਕ ਹੈ ਜਿਨ੍ਹਾਂ ਨੇ ਕ੍ਰਾਸ ਵੋਟਿੰਗ ਕਰ ਦਿੱਤੀ? ਕਿਉਂਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਤਾਂ ਉਮੀਦਵਾਰ ਸੀ, ਕਾਂਗਰਸ ਸਮਰਥਿਤ ਜਿਹੜੀਆਂ ਵਿਰੋਧੀ ਧਿਰਾਂ ਨੇ ਉਹਨਾਂ ਦੇ ਉਮੀਦਵਾਰ ਸੀ ਯਸ਼ਵੰਤ ਸਿਨਹਾ, ਜਿਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਪਰ ਦੂਜੇ ਪਾਸੇ ਜਿਹੜੇ ਆਮ ਆਦਮੀ ਪਾਰਟੀ ਆ ਉਹਨਾਂ ਨੇ ਸਮਰਥਨ ਦਾ ਐਲਾਨ ਕੀਤਾ ਸੀ ਕਿ ਅਸੀਂ ਸਮਰਥਨ ਦਾ ਐਲਾਨ ਕਰ ਰਹੇ ਹਾਂ ਯਸ਼ਵੰਤ ਸਿਨਹਾ ਦੇ ਲਈ। ਯਾਨੀ ਪੰਜਾਬ ਦੇ ਵਿੱਚ ਜਿਹੜੀਆਂ ਵਿਧਾਇਕ ਨੇ, ਜਿਹੜੀਆਂ ਸਿਆਸੀ ਪਾਰਟੀਆਂ ਨੇ, ਇੱਕ ਆਮ ਆਦਮੀ ਪਾਰਟੀ ਤੇ ਕਾਂਗਰਸ ਯਸ਼ਵੰਤ ਸਿਨਹਾ ਵਾਲੇ ਪਾਸੇ, ਤੇ ਇੱਕ ਪਾਸੇ ਅਕਾਲੀ ਦਲ ਤੇ ਬੀਜੇਪੀ ਉਹ ਦ੍ਰੋਪਦੀ ਮੁਰਮੂ ਵਾਲੇ ਪਾਸੇ। ਦ੍ਰੋਪਦੀ ਮੁਰਮੂ ਵਾਲੇ ਪਾਸੇ ਜੇਕਰ ਅਕਾਲੀ ਦਲ ਤੇ ਬੀਜੇਪੀ ਆ ਰਹੇ ਹਨ, ਟੋਟਲ ਵਿਧਾਇਕ ਹੁੰਦੇ ਉਹਨਾਂ ਦੇ 6, ਉਹਨਾਂ ਦੇ ਵਿੱਚੋਂ ਮਨਪ੍ਰੀਤ ਇਆਲੀ ਨੇ ਵੋਟ ਨਹੀਂ ਪਾਈ, ਇਸ ਕਰਕੇ ਵੋਟਾਂ ਦੀ ਗਿਣਤੀ 8 ਨਹੀਂ ਬਲਕਿ 5 ਹੋਣੀ ਚਾਹੀਦੀ ਸੀ। ਤੇ ਦੂਜੇ ਪਾਸੇ ਜਿਹੜੇ 101 ਵੋਟਾਂ ਜਿਨ੍ਹਾਂ ਨੂੰ ਮਿਲੀਆਂ ਨੇ, ਕਿਉਂਕਿ 117 ਦੇ ਵਿੱਚੋਂ 3 ਵੋਟਾਂ ਅਵੈਧ ਕਰਾਰ ਦੇ ਦਿੱਤੀਆਂ ਗਈਆਂ, 5 ਅਵੈਧ ਕਰਾਰ ਦੇ ਦਿੱਤੀਆਂ ਗਈਆਂ, 3 ਵੋਟਾਂ ਪਈਆਂ ਨਹੀਂ, ਯਾਨੀ ਕਿ ਉਹਨਾਂ ਨੇ ਵੋਟ ਹੱਕ ਦਾ ਇਸਤੇਮਾਲ ਨਹੀਂ ਕੀਤਾ। ਤਾਂ ਉਸ ਤੋਂ ਬਾਅਦ ਜਿਹੜਾ ਵੋਟਾਂ ਦਾ ਅੰਕੜਾ ਸੀ ਉਹ ਇਸ ਤੋਂ ਜ਼ਿਆਦਾ ਹੋਣਾ ਚਾਹੀਦਾ ਸੀ, ਬਹੁਤ ਘੱਟ ਹੈ। ਤਾਂ ਇਹ ਹੁਣ ਸਵਾਲ ਹੈ ਕਿ ਪੰਜਾਬ ਦੇ ਵਿੱਚ ਕਿਹੜੇ ਵਿਧਾਇਕ ਨੇ ਜਾ ਕੇ, ਕਿਹੜੀ ਪਾਰਟੀ ਦੇ ਵਿਧਾਇਕ ਨੇ ਜਾ ਕੇ ਕ੍ਰਾਸ ਵੋਟਿੰਗ ਕਰ ਦਿੱਤੀ, ਯਾਨੀ ਕਿ ਵਿਰੋਧੀ ਧਿਰ ਵਾਲੇ ਪਾਸੇ ਜਾ ਕੇ ਵੋਟ ਪਾ ਦਿੱਤੀ। ਕੀ ਇਹ ਕਾਂਗਰਸ ਦੇ ਅੰਦਰ ਹੋਇਆ ਜਾਂ ਆਮ ਆਦਮੀ ਪਾਰਟੀ ਦੇ ਅੰਦਰ ਹੋਇਆ? ਇਹ ਇੱਕ ਵੱਡਾ ਸਵਾਲ ਔਰ ਦਿਲਚਸਪ ਸਵਾਲ ਜ਼ਰੂਰ ਬਣ ਗਿਆ ਹੈ, ਕਿਉਂਕਿ ਪੰਜਾਬ ਦੇ ਵਿੱਚ
ਜੇ ਅਸੀਂ ਆਮ ਆਦਮੀ ਪਾਰਟੀ ਦਾ ਜ਼ਿਕਰ ਕਰੀਏ ਬੜੀ ਕਲੀਅਰ ਕੱਟ ਮੈਜੋਰਟੀ ਹੈ, 92 ਸੀਟਾਂ ਹੈਗੀਆਂ ਨੇ। ਪਰ ਦੂਜੇ ਪਾਸੇ ਕਾਂਗਰਸ ਦੇ ਅੰਦਰ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਵੀ ਇਕਜੁੱਟਤਾ ਨਹੀਂ ਬਣ ਸਕੀ ਕਿ ਕਾਂਗਰਸ ਦੇ ਵਿੱਚੋਂ ਹੀ ਜਿਹੜੇ ਕੁਝ ਕਾਂਗਰਸੀ ਸੀ ਵਿਧਾਇਕ ਉਹਨਾਂ ਨੇ ਜਾ ਕੇ ਵੋਟ ਦ੍ਰੋਪਦੀ ਮੁਰਮੂ ਨੂੰ ਕਰ ਦਿੱਤੀ। ਚਲੋ ਇੱਕ ਰਾਣਾ ਇੰਦਰ ਪ੍ਰਤਾਪ ਦਾ ਵੀ ਮੈਂ ਨਾਮ ਰੱਖ ਰਿਹਾ ਕਿ ਉਹ ਵੀ ਜੇਕਰ, ਕਿਉਂਕਿ ਉਹ ਆਜ਼ਾਦ ਉਮੀਦਵਾਰ ਨੇ ਕਾਂਗਰਸ ਦਾ, ਉਹਨਾਂ ਦੇ ਉੱਪਰ ਸਿੱਧੇ ਤੌਰ ਦੇ ਉੱਤੇ ਕੋਈ ਵੀ ਆਦੇਸ਼ ਲਾਗੂ ਨਹੀਂ ਹੁੰਦਾ, ਤਾਂ ਦ੍ਰੋਪਦੀ ਮੁਰਮੂ ਨੂੰ ਜੇਕਰ ਉਹਨਾਂ ਨੇ ਵੋਟ ਪਾ ਦਿੱਤੀ ਤਾਂ 6ਵੇਂ ਉਹ ਵੀ ਰੱਖ ਲਈਏ। 7ਵਾਂ ਤੇ 8ਵਾਂ ਕੌਣ ਹੈ? 7ਵਾਂ ਤੇ 8ਵਾਂ ਵਿਧਾਇਕ ਕਿਹੜਾ ਸੀ ਜਿਹੜਾ ਦ੍ਰੋਪਦੀ ਮੁਰਮੂ ਵਾਲੇ ਪਾਸੇ ਵੋਟ ਪਾ ਗਿਆ? ਕਿ ਕਾਂਗਰਸ ਦਾ ਸੀ ਕੋਈ ਜਾਂ ਫਿਰ ਦੂਜੇ ਪਾਸੇ ਆਮ ਆਦਮੀ ਪਾਰਟੀ ਦਾ ਸੀ ਕੋਈ? ਇਹ ਇੱਕ ਵੱਡਾ ਸਵਾਲ ਜ਼ਰੂਰ ਹੋ ਗਿਆ। ਇਹ ਇਸ ਕਰਕੇ ਵੀ ਅਹਿਮ ਹੈ ਕਿਉਂਕਿ ਜਦੋਂ ਸਿਆਸੀ ਪਾਰਟੀਆਂ ਦੇ ਵੱਲੋਂ ਅਨਾਉਂਸ ਕੀਤਾ ਜਾਂਦਾ ਹੈ, ਸਿਆਸੀ ਪਾਰਟੀਆਂ ਦੇ ਵੱਲੋਂ ਐਲਾਨ ਕੀਤਾ ਜਾਂਦਾ ਹੈ ਕਿ ਅਸੀਂ ਇਸ ਪਾਰਟੀ ਦਾ ਸਮਰਥਨ ਕਰਾਂਗੇ ਜਾਂ ਇਸ ਉਮੀਦਵਾਰ ਦਾ ਸਮਰਥਨ ਕਰਾਂਗੇ, ਤਾਂ ਫਿਰ ਤਕਰੀਬਨ ਹਰ ਜਿਹੜੇ ਪਾਰਟੀ ਦਾ ਵਿਧਾਇਕ ਹੁੰਦਾ ਹੈ ਜਾਂ ਐਮਪੀ ਹੁੰਦਾ ਹੈ ਤਾਂ ਉਹ ਆਪਣੀ ਪਾਰਟੀ ਦੀਆਂ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਹੀ ਜਾ ਕੇ ਵੋਟ ਕਰਦਾ ਹੈ। ਪਰ ਇੱਥੇ ਕੁਝ ਵੱਖਰਾ ਹੁੰਦਾ ਨਜ਼ਰ ਆ ਰਿਹਾ ਹੈ। 5 ਵੋਟਾਂ ਮਿਲਣੀਆਂ ਚਾਹੀਦੀਆਂ ਸੀ ਸਮਰਥਨ ਦੇ ਹਿਸਾਬ ਦੇ ਨਾਲ, ਦ੍ਰੋਪਦੀ ਮੁਰਮੂ ਨੂੰ 8 ਵੋਟਾਂ ਮਿਲ ਗਈਆਂ। ਪੁਆਇੰਟ ਨੰਬਰ 2, ਜੇ ਇਸ ਦੇ ਵਿੱਚ ਰਾਣਾ ਇੰਦਰ ਪ੍ਰਤਾਪ ਨੂੰ ਵੀ ਜੋੜ ਲਿਆ ਜਾਵੇ ਕਿਉਂਕਿ ਉਹ ਆਜ਼ਾਦ ਉਮੀਦਵਾਰ ਨੇ, ਇੱਕ ਵਾਰੀ ਪੁਆਇੰਟ ਰੱਖ ਲਈਏ ਕਿ ਉਹਨਾਂ ਨੇ ਵੋਟ ਕੀਤੀ ਹੋਣੀ ਹੈ, ਹਾਲਾਂਕਿ ਇਹ ਵੀ ਕਲੀਅਰ ਨਹੀਂ ਹੈ ਕਿ ਉਹਨਾਂ ਨੇ ਕਾਂਗਰਸ ਨੂੰ ਵੋਟ ਕੀਤੀ ਜਾਂ ਫਿਰ ਬੀਜੇਪੀ ਦੇ ਉਮੀਦਵਾਰ ਨੂੰ। ਜੇ ਇੱਕ ਪੁਆਇੰਟ ਮੰਨ ਵੀ ਲਿਆ ਜਾਵੇ ਤਾਂ ਵੀ 6 ਹੁੰਦੇ ਨੇ, ਤਾਂ 2 ਹੋਰ ਕਿਹੜੇ ਕਾਂਗਰਸੀ ਜਾਂ ਫਿਰ ਆਮ ਆਦਮੀ ਪਾਰਟੀ ਵਾਲੇ ਸੀ ਜਿਨ੍ਹਾਂ ਨੇ ਵੋਟ ਦ੍ਰੋਪਦੀ ਮੁਰਮੂ ਦੇ ਹੱਕ ਦੇ ਵਿੱਚ ਭੁਗਤਾ ਦਿੱਤੀ। ਸਿੱਧਾ ਰੁਕ ਕਰਦੇ ਹਾਂ। ਵਿਨੇਸ਼ ਕਟਾਰੀਆ ਸਾਡੇ ਸਹਿਯੋਗੀ ਇਸ ਸਮੇਂ ਸਾਡੇ ਨਾਲ ਜੁੜ ਰਹੇ ਨੇ। ਵਿਨੇਸ਼, ਬਹੁਤ ਦਿਲਚਸਪ ਹੈ ਪੰਜਾਬ ਦੀ ਸਿਆਸਤ, ਹਮੇਸ਼ਾ ਤੋਂ ਰਹੀ ਹੈ, ਇੱਕ ਵਾਰ ਫਿਰ ਤੋਂ ਰਾਸ਼ਟਰਪਤੀ ਚੋਣਾਂ ਦੇ ਵਿੱਚ ਇਹ ਹੁਣ ਕਿਹੜੀ ਪਾਰਟੀ ਦੇ ਅੰਦਰ ਦੀ ਖਾਨਾ ਜੰਗੀ ਸਮਝੀ ਜਾਵੇ ਕਿ ਪਾਰਟੀ ਸੁਪਰੀਮੋ ਦੇ ਆਦੇਸ਼ਾਂ ਦੇ ਬਾਵਜੂਦ ਇਸ ਆਦੇਸ਼ਾਂ ਦੇ ਬਾਵਜੂਦ ਦੂਜੇ ਪਾਸੇ ਜਾ ਕੇ ਵੋਟ ਕਰ ਦਿੱਤੀ ਗਈ, ਯਾਨੀ ਕਿ ਕ੍ਰਾਸ ਵੋਟਿੰਗ ਕਰ ਦਿੱਤੀ। ਗੌਰਵ, ਬਿਲਕੁਲ ਸਹੀ ਫਰਮਾਇਆ ਤੁਸੀਂ ਕਿ ਬੜਾ ਇੰਟਰਸਟਿੰਗ ਜਿਹੜਾ ਫਿਗਰ ਇਹ ਸਾਹਮਣੇ ਆਇਆ ਕਿ ਪੰਜਾਬ ਵਿੱਚ ਵੀ ਕ੍ਰਾਸ ਵੋਟਿੰਗ ਹੋਈ ਹੈ। ਜਿਹੜੇ ਕਿ ਦ੍ਰੋਪਦੀ ਮੁਰਮੂ ਹੈ, ਜਿਨ੍ਹਾਂ ਨੂੰ ਮੰਨਿਆ ਜਾ ਰਿਹਾ ਸੀ 5 ਜਾਂ ਵੱਧ ਤੋਂ ਵੱਧ 6 ਵੋਟਾਂ ਮਿਲਣੀਆਂ ਚਾਹੀਦੀਆਂ, ਉਹ 8 ਵੋਟਾਂ ਲੈਣ 'ਚ ਕਾਮਯਾਬ ਹੋ ਗਏ। ਤੇ ਯਸ਼ਵੰਤ ਸਿਨਹਾ, ਜੇ ਆਪਾਂ ਸਿੰਪਲ ਟੈਲੀ ਨੂੰ ਕਾਊਂਟ ਕਰੀਏ ਵੀ 92 ਵੋਟਾਂ ਆਮ ਆਦਮੀ ਪਾਰਟੀ ਦੀਆਂ ਤੇ 18 ਵੋਟਾਂ ਕਾਂਗਰਸ ਦੀਆਂ, 110 ਵੋਟਾਂ ਮਿਲਣੀਆਂ ਚਾਹੀਦੀਆਂ ਸੀਗੀਆਂ। ਉਹ ਮੰਨ ਲਓ ਕਾਂਗਰਸੀਆਂ ਨੇ ਵੋਟ ਨਹੀਂ ਪਾਈ ਤਾਂ ਰਹਿ ਗਈਆਂ 108, ਤੇ ਤਾਂ ਵੀ 101 ਵੋਟਾਂ ਉਹਨਾਂ ਨੂੰ ਮਿਲੀਆਂ, ਮਤਲਬ 7 ਵੋਟਾਂ ਸਿੱਧੀਆਂ ਰਿਡਿਊਸ ਹੋ ਗਈਆਂ। ਤੇ ਹੁਣ ਗੌਰਵ ਜੀ, ਪਹਿਲਾਂ ਆਪਾਂ ਕਾਂਗਰਸ ਪਾਰਟੀ ਦੀ ਗੱਲ ਕਰੀਏ ਕਿਉਂਕਿ ਕਾਂਗਰਸ ਪਾਰਟੀ ਮੰਨਿਆ ਜਾ ਰਿਹਾ, ਜਿਹੜਾ ਕੱਲ ਪੂਰੇ ਦੇਸ਼ ਦੇ ਰਿਜ਼ਲਟ ਆਏ ਹੈ ਸਾਰੇ ਸੂਬਿਆਂ ਦੇ, ਉਸ ਵਿੱਚ ਕਾਫੀ ਸੂਬਿਆਂ ਵਿੱਚ ਕਾਂਗਰਸ ਪਾਰਟੀ ਦੇ ਵਿਧਾਇਕਾਂ ਵੱਲੋਂ ਕ੍ਰਾਸ ਵੋਟਿੰਗ ਦੀਆਂ ਖਬਰਾਂ ਸਾਹਮਣੇ ਆਈਆਂ ਸੀਗੀਆਂ। ਪਰ ਜੇ ਪੰਜਾਬ ਦੀ ਗੱਲ ਕਰੀਏ ਤਾਂ ਰਾਣਾ ਇੰਦਰ ਪ੍ਰਤਾਪ ਜਿਹੜੇ ਆਜ਼ਾਦ ਵਿਧਾਇਕ ਹੈ, ਆਪਾਂ ਜਾਣਦੇ ਹਾਂ ਉਹਨਾਂ ਦੇ ਕਾਂਗਰਸ ਦਾ ਕੋਈ ਵੀ ਜਿਹੜਾ ਰੂਲ ਹੈ ਜਾਂ ਆਰਡਰ ਹੈ ਇੰਪਲੀਮੈਂਟ ਨਹੀਂ ਹੁੰਦਾ। ਇੱਕ ਰਾਣਾ ਇੰਦਰ ਪ੍ਰਤਾਪ ਆਪਾਂ ਮੰਨ ਸਕਦੇ, ਜਿਸ ਤਰ੍ਹਾਂ ਤੁਸੀਂ ਵੀ ਦੱਸ ਰਹੇ ਸੀਗੇ ਵੀ 6ਵੀਂ ਵੋਟ ਉਹਨਾਂ ਦੀ ਹੋ ਸਕਦੀ ਹੈ। ਪਰ ਇਸ ਤੋਂ ਇਲਾਵਾ ਗੌਰਵ, ਸੰਦੀਪ ਜਾਖੜ ਜਿਹੜੇ ਬੀਜੇਪੀ 'ਚ ਗਏ ਆਗੂ ਹੈ, ਸੁਨੀਲ ਜਾਖੜ ਦੇ ਭਤੀਜੇ ਹੈ, ਤੇ ਪਰ ਉਹ ਕਾਂਗਰਸ ਦੇ ਵਿਧਾਇਕ ਹੈ। ਤੇ ਸੰਦੀਪ ਜਾਖੜ ਨੂੰ ਮੰਨਿਆ ਜਾਂਦਾ ਕਿ ਸੁਨੀਲ ਜਾਖੜ ਦੇ ਬੇਸ ਤੇ ਹੀ ਉਹ ਜਿੱਤੇ ਸੀਗੇ ਅਬੋਹਰ ਤੋਂ। ਤੇ ਹੋ ਸਕਦਾ ਹੈ ਵੀ ਕਿਉਂਕਿ ਜਦੋਂ ਸੁਨੀਲ ਜਾਖੜ ਜਦੋਂ ਬੀਜੇਪੀ ਵਿੱਚ ਗਏ ਸੀਗੇ, ਉਦੋਂ ਸੰਦੀਪ ਜਾਖੜ ਵੱਲੋਂ ਕੁਝ ਅਜਿਹੇ ਬਿਆਨ ਆਏ ਸੀਗੇ ਜਿਹੜੇ ਕਾਂਗਰਸ ਪਾਰਟੀ ਨੂੰ ਸੂਟ ਨਹੀਂ ਕਰ ਰਹੇ ਸੀਗੇ। ਤੇ ਹੋ ਸਕਦਾ ਹੈ ਕਿ ਸੰਦੀਪ ਜਾਖੜ ਇੱਕ ਕਮਜ਼ੋਰ ਕੜੀ ਮੰਨੇ ਜਾ ਰਹੇ ਸੀਗੇ। ਹਾਲਾਂਕਿ ਇਸ ਗੱਲ ਦੀ ਹਜੇ ਤੱਕ ਪੁਸ਼ਟੀ ਨਹੀਂ ਹੋਈ ਹੈ ਕਿ ਉਹਨਾਂ ਨੇ ਕ੍ਰਾਸ ਵੋਟਿੰਗ ਕੀਤੀ ਹੈ ਨਹੀਂ ਕੀਤੀ ਹੈ। ਇਸ ਤੋਂ ਇਲਾਵਾ ਹੁਣ ਆਮ ਆਦਮੀ ਪਾਰਟੀ ਤੇ ਵੀ ਸਵਾਲ ਉੱਠ ਰਹੇ ਹੋਣਗੇ ਕਿਉਂਕਿ ਉਹਨਾਂ ਨੇ ਜਿਹੜੇ 2 ਵਿਧਾਇਕ ਹੈ ਦੇ ਨਾਮ ਸਾਹਮਣੇ ਆ ਰਹੇ ਹੈ, ਜਿਹੜੇ 2 ਵਿਧਾਇਕ ਹੈ ਸਾਹਮਣੇ ਆ ਰਿਹਾ ਵੀ ਕ੍ਰਾਸ ਵੋਟਿੰਗ ਹੋਈ ਆ, ਉਹ ਆਮ ਆਦਮੀ ਪਾਰਟੀ 'ਚ ਹੋ ਸਕਦੇ ਹੈ, ਕਾਂਗਰਸ 'ਚ ਹੋ ਸਕਦੇ ਹੈ, ਕਿਉਂਕਿ ਅਕਾਲੀ ਦਲ 'ਚ ਟੋਟਲ 3 ਵਿਧਾਇਕ ਸੀਗੇ। ਮਨਪ੍ਰੀਤ ਇਆਲੀ ਨੇ ਬਗਾਵਤ ਕਰਤੀ ਸੀ, ਮੈਂ ਵੋਟ ਨਹੀਂ ਪਾਊਂਗਾ, ਤੇ 2 ਵਿਧਾਇਕ ਬਚੇ, ਡਾਕਟਰ ਸੁੱਖੀ ਤੇ ਕਨੀਵ ਕੌਰ ਮਜੀਠੀਆ, ਉਹਨਾਂ ਦੋਨਾਂ ਨੇ ਵੋਟ ਪਾਤੀ ਸੀ। ਬੀਜੇਪੀ ਦੇ ਵੀ 2 ਵਿਧਾਇਕ ਸੀਗੇ, ਉਹਨਾਂ ਦੋਨਾਂ ਨੇ ਵੋਟ ਪਾਤੀ ਸੀ, ਬਸਪਾ ਦਾ 1 ਵਿਧਾਇਕ ਸੀਗਾ। ਤੇ ਇਸ ਕਰਕੇ ਜਿਹੜੀ ਹੁਣ ਸਾਰੀ ਨਜ਼ਰਾਂ ਹੈਗੀਆਂ ਉਹ ਕਾਂਗਰਸ ਤੇ ਆਮ ਆਦਮੀ ਪਾਰਟੀ ਤੇ ਹੀ ਹੈ ਕਿ ਇਹਨਾਂ ਦੇ ਕਿਹੜੇ 2 ਵਿਧਾਇਕਾਂ ਵੱਲੋਂ ਕ੍ਰਾਸ ਵੋਟਿੰਗ ਹੋਈ ਹੈ। ਜੀ ਠੀਕ ਹੈ।